ਪਾਵਨ ਪਵਿੱਤਰ ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ। ਗੁਰੂ ਜਸ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸੋ ਕੱਲ ਦੇ ਦੀਵਾਨਾਂ ਅੰਦਰ ਆਪ ਗੁਰਸਿੱਖ ਸੰਗਤਾਂ ਪ੍ਰਸੰਗ ਸਰਵਣ ਕਰ ਚੁੱਕੇ ਹੋ ਕਿ ਧੰਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਜਦ ਨਗਾਰਾ ਤਿਆਰ ਕਰਵਾਉਣ ਦਾ ਆਦੇਸ਼ ਸੁਣਾਇਆ ਹੈ ਤੇ ਸਤਿਗੁਰਾਂ ਦੇ ਸੇਵਕ ਭਾਈ ਆਨੰਦ ਚੰਦ ਜੀ ਨੇ ਕਾਰੀਗਰ ਦੇ ਨਾਲ ਮਿਲ ਕੇ ਗੁਰੂ ਸਾਹਿਬਾਂ ਦੇ ਆਦੇਸ਼ਾਂ ਅਨੁਸਾਰ ਸੁੰਦਰ ਸੋਹਣਾ ਨਗਾਰਾ ਜਿਹੜਾ ਉਹ ਕਢਵਾਇਆ ਹੈ, ਤਿਆਰ ਕਰਵਾਇਆ ਹੈ। ਜਿਸ ਵੇਲੇ ਸੋਹਣਾ ਨਗਾਰਾ ਤਿਆਰ ਹੋ ਕੇ ਗੁਰਾਂ ਕੋਲ ਆਇਆ ਤੇ ਸਤਿਗੁਰਾਂ ਉਸ ਨਗਾਰੇ ਨੂੰ ਮੜ੍ਹਨ ਦਾ ਆਦੇਸ਼ ਦਿੱਤਾ। ਮਸੰਦਾਂ ਨੂੰ ਪਤਾ ਲੱਗਾ ਤੇ ਉਹ ਚਿੰਤਾ ਫਿਕਰ ਵਿੱਚ ਬੜੇ ਹੀ ਵਿਆਕੁਲ ਹੋਣ ਲੱਗੇ ਕਿ ਇਸ ਤਰ੍ਹਾਂ ਤੇ ਸਤਿਗੁਰੂ ਜੀ ਨਗਾਰਾ ਵਜਾ ਕੇ ਜਦ ਫੌਜ ਨਾਲ ਲੈ ਕੇ ਚੜ੍ਹਿਆ ਕਰਨਗੇ ਤੇ ਪਹਾੜੀ ਰਾਜਿਆਂ ਨਾਲ ਸ਼ਤਰੁਤਾ ਬਣ ਜਾਵੇਗੀ। ਇਸ ਤਰ੍ਹਾਂ ਜਿਹੜਾ ਸੁੱਖ ਦੇ ਨਾਲ ਰਹਿ ਰਹੇ ਹਾਂ ਇਹ ਰਹਿਣਾ ਨਸੀਬ ਨਹੀਂ ਹੋਵੇਗਾ, ਮੁਹਿੰਮਾਂ ਛਿੜ ਜਾਣਗੀਆਂ। ਮਾਤਾ ਗੁਜਰੀ ਜੀ ਦੇ ਕੋਲ ਜਾ ਕੇ ਅਨੇਕ ਤਰ੍ਹਾਂ ਦੇ ਨਾਲ ਪਹਾੜੀ ਰਾਜਿਆਂ ਦਾ ਤੇ ਮੁਗਲਿਆ ਸਲਤਨਤ ਦਾ ਭੈ ਜਤਾਉਂਦਿਆਂ ਹੋਇਆ ਮਾਤਾ ਜੀ ਨੂੰ ਕਹਿ ਰਹੇ ਆ, ਮਾਤਾ ਗੁਜਰੀ ਜੀ ਨੂੰ, ਕਿ ਤੁਸੀਂ ਸਤਿਗੁਰਾਂ ਨੂੰ ਨਗਾਰਾ ਮੜਵਾਉਣ ਤੋਂ ਵਰਜੋ। ਇਹ ਪ੍ਰਸੰਗ ਆਪਾਂ ਪਿਛਲੇ ਦੀਵਾਨਾਂ ਅੰਦਰ ਸਰਵਣ ਕਰ ਚੁੱਕੇ ਹਾਂ। ਇਸ ਤੋਂ ਅੱਗੋਂ ਪਾਵਨ ਕਥਾ ਦੀ ਆਰੰਭਤਾ ਹੋ ਰਹੀ ਹੈ। ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ। ਗੁਰੂ ਜਸ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਆਪਣੇ ਪੁੱਤਰ ਅਬਹਿ ਸਮਝਾਵੋ। ਮਸੰਦ ਮਾਤਾ ਜੀ ਨੂੰ ਵਾਰ-ਵਾਰ ਕਹਿ ਰਹੇ, ਇਹ ਮਾਤਾ ਜੀ ਆਪਣੇ ਸੁਪੁੱਤਰ ਧੰਨ ਕਲਗੀਧਰ ਪਾਤਸ਼ਾਹ ਜੀ ਨੂੰ ਤੁਸੀਂ ਸਮਝਾਓ। ਉਹਨਾਂ ਨੂੰ ਦੱਸੋ ਕਿ ਇਸ ਤਰ੍ਹਾਂ ਆਪਾਂ ਰਾਜੇ ਪਹਾੜੀ ਜਿਹੜੇ ਹੈ ਜਾਂ ਸਲਤਨਤ ਮੁਗਲੀਆ ਜਿਹੜੀ ਹੈ ਉਹਦੇ ਨਾਲ ਵਿਗਾੜ ਪਾ ਬੈਠਾਂਗੇ, ਝਗੜਾ ਛਿੜ ਜਾਵੇਗਾ। ਦੁੰਦਬ ਬਾਜਹਿ ਨਹੀਂ ਹਟਾਵੋ। ਸੋ ਮਾਤਾ ਸ਼੍ਰੀ ਜੀ ਦੁੰਦਬ ਜਿਹੜਾ ਨਗਾਰਾ ਉਹ ਨਾ ਵੱਜੇ। ਸੋ ਸਤਿਗੁਰਾਂ ਨੂੰ ਵਜਾਉਣ ਤੋਂ ਤੁਸੀਂ ਹਟਾਓ, ਰੋਕੋ। ਵੱਡੇ ਗੁਰੂ ਖਸ਼ਟਮ ਰਨ ਕੀਨ। ਵੇਖੋ ਵੱਡੇ ਗੁਰੂ ਸਾਹਿਬ ਜੀ ਹੋਏ, ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਉਹਨਾਂ ਨੇ ਵੀ ਰਣ ਕੀਤੇ, ਵੱਡੇ ਜੰਗ ਕੀਤੇ। ਬਾਸ ਸੁਦਾ ਸਰ ਕੋ ਤਾਜ ਦੀਨ। ਤੇ ਉਹਨਾਂ ਨੂੰ ਵੀ ਅੰਮ੍ਰਿਤਸਰ ਸਾਹਿਬ ਨਗਰੀ ਛੱਡਣੀ ਪਈ। ਸੁਖ ਪੂਰਵਕ ਅੰਮ੍ਰਿਤਸਰ ਸਾਹਿਬ ਨਗਰੀ ਵਸਦੇ ਸਨ। ਸਾਰਾ ਪਰਿਵਾਰ ਖੁਸ਼ੀਆਂ ਖੇੜਿਆਂ ਦੇ ਨਾਲ
ਵਸਦਾ ਰਸਦਾ ਸੀ ਸਾਰਾ ਪਰਿਵਾਰ। ਵੱਡੇ ਗੁਰਾਂ ਦੇ ਬਚਨਾਂ ਸਦਕਾ ਵਧੀ ਵੇਲ ਬਹੁ ਪੀੜ੍ਹੀ ਚਾਲੀ। ਧਰਮ ਕਲਾ ਹਰ ਬੰਦ ਬਹਾਲੀ ਦੇ ਅਨੁਸਾਰ ਬੜਾ ਪਰਿਵਾਰ ਵਧਿਆ ਹੋਇਆ ਸੀ। ਪਰ ਜਦੋਂ ਤੋਂ ਮਹਿਮਾ ਛਿੜੀਆਂ ਉਦੋਂ ਤੋਂ ਅੰਮ੍ਰਿਤਸਰ ਸਾਹਿਬ ਨਗਰੀ ਛੱਡਣੀ ਪਈ ਸਤਿਗੁਰਾਂ ਨੂੰ। ਸੰਕਟ ਭਏ ਅਨੇਕ ਪ੍ਰਕਾਰੀ। ਅਨੇਕ ਤਰ੍ਹਾਂ ਦੇ ਸੰਕਟ ਵਿਆਪੇ, ਕਿਤੇ ਦੀਰਘ ਕਾਲ ਠਹਿਰ ਨਹੀਂ ਪਾਏ। ਅੰਮ੍ਰਿਤਸਰ ਸਾਹਿਬ ਤੋਂ ਜਿਉਂ ਝਬਾਲ ਵੱਲ ਨੂੰ ਗਏ, ਪੁੱਤਰੀ ਬੀਬੀ ਵੀਰੋ ਦਾ ਵਿਆਹ ਕੀਤਾ। ਗੋਇੰਦਵਾਲ ਸਾਹਿਬ ਵੱਲ ਨੂੰ ਆ ਗਏ ਆਪ। ਇੱਥੋਂ ਫਿਰ ਸਤਿਗੁਰੂ ਪਾਤਸ਼ਾਹ ਜੀ ਡਰੋਲੀ ਨਗਰ ਨੂੰ ਚਲੇ ਗਏ। ਇਸੇ ਤਰ੍ਹਾਂ ਸ੍ਰੀ ਹਰਗੋਬਿੰਦਪੁਰੇ ਵੱਲ ਨੂੰ ਆਏ, ਇੱਥੇ ਮੁਹਿੰਮ ਛਿੜ ਗਈ। ਫਿਰ ਅੰਮ੍ਰਿਤਸਰ ਸਾਹਿਬ ਆ ਗਏ, ਫਿਰ ਨਹੀਂ ਇੱਥੇ ਠਹਿਰੇ। ਫਿਰ ਕਾਂਗੜ ਵੱਲ ਨੂੰ ਚਲੇ ਗਏ। ਉੱਥੇ ਜਾ ਕੇ ਮਹਾਰਾਜ ਵਿੱਚ ਜੰਗ ਹੋਇਆ, ਉੱਥੇ ਨਹੀਂ ਅਧਿਕ ਸਮਾਂ ਠਹਿਰੇ। ਤੁਹਾਨੂੰ ਮਾਤਾ ਜੀ ਇਹ ਸਾਰੀਆਂ ਗੱਲਾਂ ਵਿਦਿਤ ਹੈ। ਪ੍ਰਗਟ ਹੈ ਤੁਹਾਨੂੰ ਇਹ ਗੱਲ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਾਲ ਗੁਰੂ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਹੈ ਉਹ ਉਪਦਰਵ ਝਗੜੇ ਛਿੜੇ ਰਹੇ। ਸੁਨੇ ਪਿਖੇ ਤੁਮਨੇ ਬਹੁ ਬਾਰੀ। ਮਾਤਾ ਜੀ ਆਪ ਜੀ ਨੇ ਵੀ ਕਈ ਸੁਣੇ ਹੈ ਪ੍ਰਸੰਗ ਤੇ ਕਈ ਵੇਖੇ ਵੀ ਹੋਏ ਹੈ ਗੁਰੂ ਘਰ ਦੇ ਵਿੱਚ ਤੁਸਾਂ ਨੇ। ਦੇਸ਼ ਕਾਲ ਕੀ ਗਿਆਤਾਵਾਨ। ਫਿਰ ਇਹ ਜਿਹੜਾ ਦੇਸ਼ ਹੈ ਇਹ ਪਹਾੜੀਆਂ ਦਾ ਦੇਸ਼ ਹੈ। ਇਹ ਕਹਿਲੂਰ ਦਾ ਇਲਾਕਾ ਜਿਹੜਾ ਹੈ ਇਹ ਸਾਰਾ ਪਹਾੜੀ ਰਾਜਿਆਂ ਦਾ ਹੈ। ਦੇਸ਼ ਦੀ ਵੀ ਗਿਆਤ ਹੈ ਮਾਤਾ ਜੀ ਤੁਹਾਨੂੰ। ਤੇ ਕਾਲ ਸਮਾਂ ਕੈਸਾ ਚੱਲ ਰਿਹਾ। ਹੁਣੇ ਔਰੰਗਜ਼ੇਬ ਬਾਦਸ਼ਾਹ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਤਾਈਂ ਸ਼ਹੀਦ ਕੀਤਾ ਦਿੱਲੀ ਚਾਂਦਨੀ ਚੌਂਕ ਅੰਦਰ। ਤੇ ਗੁਰੂ ਘਰ ਦੇ ਨਾਲ ਔਰੰਗਜ਼ੇਬ ਦੀ ਕੈਸੀ ਵਿਰੋਧਤਾ ਹੈ। ਤੇ ਪਹਾੜੀ ਰਾਜੇ ਸਾਰੇ ਔਰੰਗਜ਼ੇਬ ਦੀ ਈਨ ਮੰਨਦੇ ਹਨ। ਕਿਸ ਤਰ੍ਹਾਂ ਦਾ ਕਾਲ ਸਮਾਂ ਚੱਲ ਰਿਹਾ ਇਹ ਵੀ ਤੁਹਾਨੂੰ ਗਿਆਤ ਹੈ। ਕਿਸ ਦੇਸ਼ ਵਿੱਚ ਰਹਿ ਰਹੇ ਹਾਂ, ਕੈਸਾ ਸਮਾਂ ਹੈ, ਸਮੇਂ ਦੀ ਪਰਿਸਥਿਤੀ ਕੀ ਹੈ, ਮਾਤਾ ਜੀ ਉਹ ਤੁਹਾਨੂੰ ਪ੍ਰਥਮ ਹੀ ਗਿਆਤ ਹੈ। ਬਰਜਹੁ ਸਤਿਗੁਰ ਮ੍ਰਿਦੁਲਾ ਬਖਾਨ। ਇਸ ਵਾਸਤੇ ਮ੍ਰਿਦੁਲ ਕੋਮਲ ਬਚਨ ਕਹਿ ਕੇ ਮਿੱਠੇ ਬਚਨਾਂ ਦੇ ਨਾਲ ਪਿਆਰ ਨਾਲ ਸਤਿਗੁਰਾਂ ਨੂੰ ਵਰਜੋ ਕਿ ਨਗਾਰਾ ਨਾ ਮੜਵਾਉਣ ਤੇ ਨਾ ਹੀ ਵਜਾਉਣ। ਅਪਰ ਬਿਲਾਸ ਕਰਹਿ ਮਨ ਭਾਏ। ਹੋਰ ਮਨ ਭਾਉਂਦੇ ਵਿਲਾਸ ਕੌਤਕ ਜੋ ਇੱਛਾ ਆਉਂਦੀ ਉਹ ਕਰਨ। ਪਰ ਹੈ ਬਖੇਰਾ ਦੇਹੋ ਹਟਾਏ। ਜਿਸ ਗੱਲ ਤੋਂ ਝਗੜਾ ਪੈ ਸਕਦਾ ਹੈ, ਜਿਸ ਗੱਲ ਤੋਂ ਮੁਹਿੰਮ ਛਿੜ ਸਕਦੀ ਹੈ ਉਹ ਗੱਲ ਤੋਂ ਹਟਾ ਦਿਓ, ਵਰਜ ਦਿਓ, ਰੋਕ ਦਿਓ। ਸੁਖ ਸੋਂਬਾਸਹੁ ਆਪਣੇ ਪੁਰ ਮੈਂ। ਤੇ ਆਪਣੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਨਗਰੀ ਵਿੱਚ ਸੁਖ ਨਾਲ ਰਹਿ ਰਹੇ ਹਾਂ ਤੇ ਸੁਖ ਦੇ ਨਾਲ ਹੀ ਵਸੀਏ, ਸੁਖ ਨਾਲ ਹੀ ਰਹੀਏ। ਨੀਕੀ ਕਰਹੁ ਵਿਚਾਰਨ ਉਰ ਮੈਂ। ਇਹ ਨੀਕੀ ਚੰਗੀ ਸਲਾਹ ਮਾਤਾ ਜੀ ਆਪ ਜੀ ਨੂੰ ਦਿੱਤੀ ਹੈ ਅਸਾਂ ਨੇ, ਤੇ ਆਪਣੇ ਹਿਰਦੇ ਅੰਦਰ ਵਿਚਾਰ ਲਓ ਤੁਸੀਂ। ਸੁਨਤ ਮਸੰਦਨ ਕੀ ਆਸ ਬਾਨੀ। ਮਸੰਦਾਂ ਦੀ ਐਸੀ ਭੈ ਸੰਯੁਗਤ ਬਾਣੀ ਜਿਸ ਵੇਲੇ ਮਾਤਾ ਜੀ ਨੇ ਸੁਣੀ ਹੈ। ਸ਼੍ਰੀ ਗੁਜਰੀ ਚੇਤ ਚਿੰਤਾ ਠਾਨੀ। ਮਾਤਾ ਗੁਜਰੀ ਜੀ ਵੀ
ਚਿੱਤ ਵਿੱਚ ਚਿੰਤਾਤਰ ਹੋ ਗਏ, ਫਿਕਰਵੰਦ ਹੋ ਗਏ ਹੈ। ਆਸ਼ੀ ਕਹਿ ਹੈ ਨਾ ਬਨ ਹੈ ਦਮਾਮਾ। ਇਹ ਮਸੰਦ ਗੱਲ ਤੇ ਚੰਗੀ ਕਹਿ ਰਹੇ ਹੈ ਕਿ ਦਮਾਮਾ ਨਗਾਰਾ ਜਿਹੜਾ ਹੈ ਉਹ ਨਹੀਂ ਬਣਨਾ ਚਾਹੀਦਾ। ਵਦ ਹੈ ਬਖੇਰਾ ਸੰਕਟ ਧਾਮਾ। ਬਖੇਰਾ ਵੱਧ ਗਿਆ, ਝਗੜਾ ਵੱਧ ਗਿਆ ਤੇ ਘਰ ਦੇ ਵਿੱਚ ਵੱਡਾ ਸੰਕਟ ਵਿਆਪੇਗਾ, ਕਸ਼ਟ ਆਵੇਗਾ। ਮੋਨ ਠਾਨ ਕਰ ਕੇਤਕ ਸਮੈ। ਕਿਤਨਾ ਕੁ ਸਮਾਂ ਮਾਤਾ ਜੀ ਚੁੱਪ ਹੀ ਰਹੇ ਤੇ ਸੋਚਦੇ ਰਹੇ ਹੈ, ਚਿੰਤਾ ਕਰ ਰਹੇ ਹੈ। ਕਨਿਓ ਮਸੰਦਨ ਸੋ ਮਨ ਗਮੈ। ਉਪਰੰਤ ਫਿਰ ਮਸੰਦਾਂ ਦੇ ਤਾਈਂ ਮਨ ਦੇ ਵਿੱਚ ਗਮੈ ਨਾਮ ਚਿੰਤਾ ਲਿਆ ਕੇ ਤੇ ਮਸੰਦਾਂ ਦੇ ਤਾਈਂ ਮਾਤਾ ਜੀ ਕਹਿਣ ਲੱਗੇ, ਬਰਜਾਉ ਮੈਂ ਸੋਤ ਨਿਕਟ ਹਕਾਰੋ। ਕਿ ਹੇ ਗੁਰਸਿੱਖੋ, ਮੈਂ ਪੁੱਤਰ ਧੰਨ ਕਲਗੀਧਰ ਪਾਤਸ਼ਾਹ ਜੀ ਨੂੰ ਆਪਣੇ ਕੋਲ ਬੁਲਾਵਾਂਗੀ ਤੇ ਉਹਨਾਂ ਨੂੰ ਵਰਜਾਂਗੀ, ਉਹਨਾਂ ਨੂੰ ਰੋਕਾਂਗੀ ਕਿ ਨਗਾਰਾ ਨਾ ਬਣਵਾਓ। ਖਸ਼ਟਮ ਗੁਰੂ ਪ੍ਰਸੰਗ ਉਚਾਰੋ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਜਿਹੜੇ ਮਹਿਮਾ ਵਾਲੇ ਜੰਗ ਵਾਲੇ ਪ੍ਰਸੰਗ ਹਨ ਕਿ ਜੰਗ ਕਾਰਨ ਕਿਸ ਤਰ੍ਹਾਂ ਉਹਨਾਂ ਨੂੰ ਆਪਣੇ ਸੁਖੀ ਵਸਦੇ ਰਸਦੇ ਘਰ ਨੂੰ ਛੱਡ ਕੇ ਤੇ ਕਿਸ ਤਰ੍ਹਾਂ ਉਹਨਾਂ ਨੂੰ ਅਨੇਕ ਥਾਵਾਂ ਤੇ ਜਾਣਾ ਪਿਆ, ਇਹ ਵੀ ਸਾਰੀਆਂ ਗੱਲਾਂ ਮੈਂ ਆਪਣੇ ਫਰਜ਼ੰਦ ਨੂੰ ਸਾਹਿਬਜ਼ਾਦੇ ਨੂੰ ਕਹਾਂਗੀ। ਜਿਤਕ ਸਮੀਪੀ ਬੈਠਣ ਹਾਰੇ। ਫਿਰ ਜਿੰਨੇ ਕੁ ਸਮੀਪ ਕੋਲ ਬਹਿਣ ਵਾਲੇ ਐ, ਸਮਝ ਦੇਹੰ ਸਮਝਾਏ ਵਿਚਾਰੇ। ਉਹਨਾਂ ਨੂੰ ਵੀ ਮੈਂ ਸਮਝਾਵਾਂਗੀ। ਜਿਹੜੇ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਸਲਾਹਕਾਰ ਹੈ, ਉਹਨਾਂ ਦੇ ਨਾਲ ਉੱਠਦੇ ਬਹਿੰਦੇ ਐ, ਉਹਨਾਂ ਨੂੰ ਵੀ ਮੈਂ ਸਮਝਾਵਾਂਗੀ ਕਿ ਉਹ ਵੀ ਧੰਨ ਕਲਗੀਧਰ ਪਾਤਸ਼ਾਹ ਜੀ ਨੂੰ ਸਮਝਾਉਣ, ਉਹ ਵੀ ਕਲਗੀਆਂ ਵਾਲੇ ਪਾਤਸ਼ਾਹ ਜੀ ਨੂੰ ਇਹ ਨਗਾਰੇ ਆਦਿ ਤਿਆਰ ਕਰਵਾਉਣ ਤੋਂ ਵਰਜਣ। ਗਾਨ ਉਤਸਾਹ ਦੇਨ ਕੀ ਗਾਥਾ। ਜਿਹੜੀਆਂ ਉਤਸ਼ਾਹ ਦੇਣ ਵਾਲੀਆਂ ਗੱਲਾਂ ਹਨ, ਜਿਹੜੀਆਂ ਰਣ ਵਾਸਤੇ ਜੰਗ ਵਾਸਤੇ ਉਤਸ਼ਾਹਤ ਕਰਨ ਵਾਲੀਆਂ ਸਲਾਹਾਂ ਹਨ। ਕਰੋ ਨਾ ਸਾਹਿਬਜ਼ਾਦੇ ਸਾਥਾ। ਉਹ ਗੱਲਾਂ ਉਹ ਬਚਨ ਸਾਹਿਬਜ਼ਾਦੇ ਧੰਨ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਨਾ ਕਰਨ। ਉਹਨਾਂ ਦੇ ਨਿਕਟ ਸਲਾਹਕਾਰਾਂ ਨੂੰ ਵੀ ਮੈਂ ਸਲਾਹ ਦੇਵਾਂਗੀ। ਨਿਜ ਭਰਾਤਾ ਕੋ ਅਬ ਹੈ ਹਕਾਰੋਂ। ਆਪਣੇ ਭਰਾ ਨੂੰ ਭਾਈ ਕਿਰਪਾਲ ਚੰਦ ਨੂੰ ਤੇ ਮੈਂ ਹੁਣੇ ਕੋਲ ਸੱਦਦੀ ਹਾਂ। ਇਨ ਬਾਤਨ ਤੇ ਕਹਿ ਹਟਕਾਰੋਂ। ਇਹ ਜਿਹੜੀਆਂ ਗੱਲਾਂ ਤੋਂ ਉਹਨਾਂ ਦੁਆਰਾ ਮੈਂ ਆਪਣੇ ਪੁੱਤਰ ਨੂੰ ਹਟਾਉਂਦੀ ਹਾਂ, ਰੋਕਦੀ ਹਾਂ। ਗੁਰਨ ਭਾਣਜੇ ਤਿਨ ਸਮਝਾਵਹੁ। ਤੇ ਜਿਹੜੇ ਗੁਰੂਆਂ ਦੇ ਭਾਣਜੇ ਐ, ਉਹਨਾਂ ਨੂੰ ਵੀ ਮੈਂ ਸਮਝਾਵਾਂ। ਗੁਰੂਆਂ ਦੇ ਭਾਣਜੇ ਭਾਈ ਸੰਗੋ ਸ਼ਾਹ, ਬਾਬਾ ਜੀਤ, ਭਾਈ ਜੀਤ ਮੱਲ, ਇਹ ਜਿਹੜੇ ਬੀਬੀ ਵੀਰੋ ਦੇ ਪੁੱਤਰ ਹੈ ਨਾ, ਇਹ ਗੁਰੂ ਕੇ ਭਾਣਜੇ ਕਰਕੇ ਪ੍ਰਸਿੱਧ ਸਨਗੇ। ਕਿਉਂਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਇਹ ਭਾਣਜੇ ਲੱਗਦੇ ਸਨ, ਸੋ ਗੁਰੂ ਕੇ ਭਾਣਜੇ ਕਰਕੇ ਪ੍ਰਸਿੱਧ ਸਨਗੇ ਸਾਰੇ। ਤੇ ਮਾਤਾ ਜੀ ਕਹਿਣ ਲੱਗੇ ਮੈਂ ਗੁਰੂ ਕੇ ਭਾਣਜਿਆਂ ਨੂੰ, ਕਿਉਂਕਿ ਉਹ ਵੀ ਨਾਲ ਨਾਲ ਰਹਿੰਦੇ ਆ, ਭਾਈ ਸੰਗੋ ਸ਼ਾਹ, ਜੀਤ ਮੱਲ ਆਦਿ ਕਰਕੇ ਇਹ ਸਾਰੇ ਮੇਰੇ ਪੁੱਤਰ ਦੇ ਨਾਲ ਰਹਿੰਦੇ ਆ, ਤੇ ਮੈਂ ਉਹਨਾਂ ਨੂੰ ਵੀ ਕਹਾਂਗੀ ਨਹੀਂ ਜੰਗ ਕੇ ਜ਼ਿਕਰ ਚਲਾਵਹੁ। ਕਿ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਕੋਲ ਜੰਗ ਵਾਲੇ ਜਿਹੜੇ ਜ਼ਿਕਰ ਹੈ ਉਹ ਨਾ ਚਲਾਉਣ, ਜੰਗ ਵਾਲੀਆਂ ਜਿਹੜੀਆਂ ਗੱਲਾਂ ਉਹ ਨਾ ਕਰਨ। ਜਾਹੋ ਸ਼ਿਕਾਰ ਨਾ ਦੂਰ ਸਿਧਾਵਹੁ। ਫਿਰ ਦੂਰ
ਸ਼ਿਕਾਰ ਖੇਲਣ ਵੀ ਨਾ ਜਾਇਆ ਕਰੋ। ਬਹੁਤ ਜ਼ਿਆਦਾ ਦੂਰ ਇਉਂ ਫੌਜਾਂ ਲੈ ਕੇ, ਸਿਪਾਹੀ ਲੈ ਕੇ, ਸੂਰਮੇ ਲੈ ਕੇ ਜੰਗਲ ਵਿੱਚ ਦੂਰ ਨਾ ਨਿਕਲਿਆ ਕਰੋ। ਚੇਤ ਪਰਚਾਏ ਸਦਨ ਕੋ ਲਿਆਵਹੁ। ਥੋੜਾ ਨਗਰੀ ਤੋਂ ਬਾਹਰ ਨਿਕਲ ਕੇ ਤੇ ਕਲਗੀਆਂ ਵਾਲੇ ਪਾਤਸ਼ਾਹ ਜੀ ਦਾ ਚਿੱਤ ਪਰਚਾ ਕੇ ਉਹਨਾਂ ਨੂੰ ਵਾਪਸ ਫਿਰ ਨਗਰੀ ਵਿੱਚ ਲੈ ਆਇਆ ਕਰੋ। ਮੈਂ ਸਲਾਹਕਾਰਾਂ ਨੂੰ, ਨਾਲ ਰਹਿਣ ਵਾਲੇ ਜਿਹੜੇ ਉਹਨਾਂ ਦੇ ਭੂਆ ਦੇ ਪੁੱਤਰ ਹੈ, ਉਹਨਾਂ ਨੂੰ ਵੀ ਮੈਂ ਕਹਾਂਗੀ, ਜਿਉ ਕਿਉ ਕਰ ਵਰਜਹੁ ਇਹ ਬਾਤੀ। ਜਿਵੇਂ ਕਿਵੇਂ ਕਰਕੇ ਵੀ ਇਹ ਜੰਗ ਵਾਲੀਆਂ ਗੱਲਾਂ ਤੋਂ ਵਰਜੋ, ਰੋਕੋ। ਨਾਹਕ ਬਨਹੁ ਕਹਾਂ ਉਤਪਾਤੀ। ਨਿਹਾਕੀ ਕਿਸ ਵਾਸਤੇ ਉਤਪਾਤੀ, ਉਪਦਰਵੀ ਬਣ ਰਹੇ ਹੋ। ਅਕਾਰਨ ਹੀ ਕਿਉ ਮੁਹਿੰਮ ਨੂੰ ਆਮੰਤਰਿਤ ਕਰਦੇ ਹੋ। ਸੁਬਟ ਰਖੇ ਤਉ ਰਾਖਹੁ ਤੈਸੇ। ਜੇ ਸੁਬਟ ਸੂਰਮੇ ਰੱਖੇ ਆਓ ਤੇ ਉਸੇ ਤਰ੍ਹਾਂ ਰੱਖੀ ਰੱਖੋ। ਸੂਰਮੇ ਰੱਖਣ ਦੀ ਕੋਈ ਬਹੁਤ ਵੱਡੀ ਗੱਲ ਨਹੀਂ, ਜਿਸ ਤਰ੍ਹਾਂ ਰੱਖੀ ਉਸੇ ਤਰ੍ਹਾਂ ਰੱਖੋ। ਖਰਚਨ ਕਰਹਿ ਆਏ ਧਨ ਜੈਸੇ। ਜਿਸ ਤਰ੍ਹਾਂ ਧਨ ਆਉਂਦਾ ਹੈ ਉਸੇ ਤਰ੍ਹਾਂ ਉਹ ਖਰਚਾ ਹੋ ਹੀ ਜਾਂਦਾ ਹੈ। ਨਹਿ ਰਾਜਨ ਸੋ ਪਰੈ ਬਿਗਾਰਾ। ਪਰ ਐਸੀ ਗੱਲ ਨਾ ਕਰੋ ਜਿਵੇਂ ਰਾਜਿਆਂ ਨਾਲ ਹੀ ਝਗੜਾ ਛਿੜ ਜਾਵੇ, ਜਿਵੇਂ ਰਾਜਿਆਂ ਨਾਲ ਹੀ ਕੋਈ ਉਪਦਰਵ ਛਿੜ ਜਾਵੇ। ਮਾਲਿਕ ਦੇਸ਼ਨ ਕੇ ਦਲ ਭਾਰਾ। ਦੇਸ਼ਾਂ ਦੇ, ਮੁਲਕਾਂ ਦੇ ਮਾਲਕ ਹੈ ਰਾਜੇ, ਜਿਨ੍ਹਾਂ ਦੇ ਕੋਲ ਭਾਰੀ ਵੱਡਾ ਦਲ ਹੈ, ਵੱਡੀ ਗਿਣਤੀ ਵਿੱਚ ਫੌਜ ਉਹਨਾਂ ਦੇ ਕੋਲ ਹੈ। ਸੁਨਤ ਮਾਤ ਤੇ ਭਨ ਹੈ ਮਸੰਦ। ਜਿਸ ਵੇਲੇ ਮਾਤਾ ਜੀ ਦੇ ਇਹ ਬਚਨ ਸੁਣੇ, ਮਾਤਾ ਜੀ ਮਸੰਦਾਂ ਨੂੰ ਕਹਿ ਰਹੇ ਨੇ ਮੈਂ ਇਸ ਤਰ੍ਹਾਂ ਸਮਝਾਵਾਂਗੀ, ਤੇ ਮਸੰਦ ਸੁਣ ਕੇ ਫਿਰ ਕਹਿਣ ਲੱਗੇ, ਏਮ ਸਮਝਾਵਹੁ ਸਤਿਗੁਰ ਨੰਦ। ਇਹ ਮਾਤਾ ਜੀ, ਸਤਿਗੁਰਾਂ ਦੇ ਪੁੱਤਰ ਧੰਨ ਕਲਗੀਧਰ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਹੀ ਸਮਝਾਇਓ। ਹਮ ਹੈ ਪੂਜਾ ਸਕਲ ਜਗ ਕੇਰੇ। ਕਿ ਅਸੀਂ ਤਾਂ ਗੁਰੂ ਹਾਂ, ਇਹ ਗੁਰੂ ਘਰ ਹੈ ਤੇ ਗੁਰੂ ਘਰ ਸਾਰੇ ਜਗਤ ਦਾ ਪੂਜਨੀਕ ਹੈ। ਸਾਰਾ ਜਗਤ ਹੀ ਜਿਹੜਾ ਹੈ ਇਹ ਗੁਰੂ ਘਰ ਨੂੰ ਆ ਕੇ ਨਤਮਸਤਕ ਹੁੰਦਾ, ਝੁਕਦਾ ਹੈ। ਸਮਤਾ ਦ੍ਰਿਸ਼ਟ ਸਭਨ ਪਰ ਹੇਰੇ। ਆਪਣੀ ਸਾਰਿਆਂ ਤੇ ਹੀ ਦ੍ਰਿਸ਼ਟੀ ਸਮਾਨ ਹੋਣੀ ਚਾਹੀਦੀ ਹੈ, ਬਰਾਬਰ ਹੋਣੀ ਚਾਹੀਦੀ। ਕਿਸੇ ਪ੍ਰਤੀ ਵੀ ਜਿਹੜੀ ਵਿਰੋਧਾ ਭਾਵ ਹੈ, ਐਸੀ ਬਿਰਤੀ ਨਹੀਂ ਹੋਣੀ ਚਾਹੀਦੀ। ਸਾਰਿਆਂ ਪ੍ਰਤੀ ਦ੍ਰਿਸ਼ਟੀ ਸਮਾਨਯ ਹੋਣੀ ਚਾਹੀਦੀ ਹੈ। ਚਾਹੁੰ ਦੇਸ਼ ਆਪਣੇ ਸੇਵਕ ਜਾਨੋ। ਚਾਰ ਚੁਫੇਰੇ ਜਿੰਨੀ ਵੀ ਇਹ ਰਾਜਿਆਂ ਦੀ ਪ੍ਰਜਾ ਹੈ, ਜਿੰਨੀ ਵੀ ਲੋਕਾਈ ਹੈ, ਇਹਨੂੰ ਆਪਣੇ ਸੇਵਕ ਹੀ ਜਾਣੋ। ਨਹਿ ਵਿਰੋਧ ਕਿਹ ਸੋ ਪਹਿਚਾਨੋ। ਤੇ ਆਪਣਾ ਕਿਸੇ ਨਾਲ ਵਿਰੋਧ ਨਹੀਂ ਹੈ, ਕਿਸੇ ਨਾਲ ਝਗੜਾ ਨਹੀਂ ਹੈ, ਕਿਸੇ ਨਾਲ ਕੋਈ ਆਪਣੀ ਜਿਹੜੀ ਹੈ ਉਹ ਲੈਣ ਦੇਣ ਦਾ ਝਗੜਾ ਨਹੀਂ ਹੈ। ਸੁਬਟ ਰਾਖਬੇ ਸਹਿਤ ਨਗਾਰੇ। ਸੂਰਮੇ ਰੱਖਣੇ, ਫਿਰ ਨਗਾਰਾ ਵਜਾਉਣਾ, ਨਗਾਰਾ ਨਾਲ ਰੱਖਣਾ। ਇਹ ਰਾਜਨ ਕੇ ਕਾਜ ਉਦਾਰੇ। ਇਹ ਜਿਹੜੇ ਕਾਰਜ ਹੈ ਮਾਤਾ ਜੀ ਸਾਹਿਬਜ਼ਾਦਾ ਕਲਗੀਆਂ ਵਾਲੇ ਨੂੰ ਪਿਓ ਕੇ ਤੇ ਰਾਜਿਆਂ ਵਾਲੇ ਕਾਰਜ ਹੁੰਦੇ ਆ, ਤੇ ਗੁਰੂ ਘਰ ਜਿਹੜਾ ਹੈ ਉਹ ਫਕੀਰਾਂ ਦਾ ਹੈ, ਤੇ ਫਕੀਰਾਂ ਨੂੰ ਰਾਜਿਆਂ ਵਾਲੇ ਜਿਹੜੇ ਇਹ ਕਾਜ ਹੈ ਸ਼ੋਭਦੇ ਨਹੀਂ ਹੈ। ਮਾਰਨ ਮਰਨ ਕਸ਼ਟ ਬਾਟ ਪਾਵਨ। ਇਹ ਸ਼ਤਰੂ ਬਣਾ ਕੇ ਦੂਜੇ ਨੂੰ ਮਾਰਨਾ, ਆਪ ਰਣ ਭੂਮੀ ਵਿੱਚ ਮਰਨਾ, ਤੇ ਵੱਡਾ ਜਿਹੜਾ ਕਸ਼ਟ ਪੈਦਾ ਕਰਨਾ। ਤੁਮ ਕੋ ਉਚਿਤ ਨਾ ਏਵ ਕਮਾਵਨ। ਇਸ ਤਰ੍ਹਾਂ ਦੀਆਂ ਮੁਹਿੰਮਾਂ ਛੇੜਨੀਆਂ ਤੇ ਜੰਗ ਕਰਨੇ, ਇਹ ਆਪ ਜੀ ਨੂੰ ਕਮਾਉਣਾ ਚੰਗਾ ਨਹੀਂ ਲੱਗਦਾ, ਭਾਵ ਭਾਉਂਦਾ ਨਹੀਂ, ਆਪ ਜੀ ਦੇ ਉਚਿਤ ਨਹੀਂ ਹੈ। ਆਪ ਗੁਰਤਾ ਸਿੰਘਾਸਨ ਤੇ ਸੁਸ਼ੋਭਿਤ ਹੋ, ਤੇ ਸਾਰਿਆਂ ਪ੍ਰਤੀ ਸਮਾਨਯ ਦ੍ਰਿਸ਼ਟੀ ਬਣਾਓ।
ਇਤਿਆਦਿਕ ਭਖ ਹੋ ਜੇ ਮਨ ਹੈ। ਜੇਕਰ ਸਤਿਗੁਰੂ ਜੀ ਮੰਨ ਜਾਣ, ਇਤਿਆਦ ਜਿਹੜੇ ਬਚਨ ਹੈ ਨਾ ਮਾਤਾ ਜੀ ਸਤਿਗੁਰਾਂ ਨੂੰ ਕਿਉ, ਜੇ ਸੁਣ ਕੇ ਉਹਨਾਂ ਦੇ ਮਨ ਵਿੱਚ ਗੱਲ ਮੰਨਣ ਵਿੱਚ ਆ ਜਾਵੇ, ਸਭਨ ਬਰਜ ਹੋਇ ਕੋਇ ਨਾ ਬਖਾਨ ਹੈ। ਫਿਰ ਸਾਰਿਆਂ ਨੂੰ ਵਰਜੋ। ਲਾਗੇ ਜਿਹੜੇ ਸਲਾਹਕਾਰ ਹੈ ਨਾ, ਉਹ ਵੀ ਬਹੁਤ ਤਰ੍ਹਾਂ ਦੀਆਂ ਉਤਸ਼ਾਹ ਵਾਲੀਆਂ ਗੱਲਾਂ ਕਰਦੇ ਐ। ਮੀਰੀ ਪੀਰੀ ਦੇ ਮਾਲਕ ਪਾਤਸ਼ਾਹ ਨੇ ਕਿਵੇਂ ਮਹਿਮਾ ਕੀਤੀਆਂ, ਜੰਗ ਕੀਤੇ, 4 ਜੰਗਾਂ ਕੀਤੀਆਂ, 4 ਜੰਗਾਂ ਵਿੱਚ ਹੀ ਸੈਂਟਰ ਸਰਕਾਰ ਸ਼ਾਹਜਹਾਂ ਵਰਗੇ ਗੁਰਾਂ ਦੇ ਅੱਗੋਂ ਠਹਿਰ ਨਾ ਪਾਏ। 4 ਜੰਗਾਂ ਵਿੱਚ ਗੁਰਾਂ ਦੀ ਜਿੱਤ ਹੋਈ। ਇਸ ਤਰ੍ਹਾਂ ਦੀਆਂ ਉਤਸ਼ਾਹ ਕਰਨ ਵਾਲੀਆਂ ਗੱਲਾਂ ਜਿਹੜੇ ਸੰਗੀ ਹੈ ਨਾ, ਨੰਦ ਚੰਦ ਵਰਗੇ ਵੀ, ਇਸੇ ਤਰ੍ਹਾਂ ਸੰਗੋ ਸ਼ਾਹ ਵਰਗੇ ਵੀ, ਇਹ ਸਾਰੇ ਉਤਸ਼ਾਹਤ ਕਰਦੇ ਹਨਗੇ, ਸਾਰੇ ਸਤਿਗੁਰਾਂ ਨੂੰ ਉਕਸਾਉਂਦੇ ਐ। ਆਸ ਮਸਲਤ ਕਰ ਮਾਤ ਸਿਖਾਈ। ਇਸ ਤਰ੍ਹਾਂ ਸਲਾਹ ਕਰਕੇ ਤੇ ਮਾਤਾ ਗੁਜਰੀ ਜੀ ਨੂੰ ਸਿਖਾ ਦਿੱਤਾ ਮਸੰਦਾਂ ਨੇ। ਕਾਇਰਤਾ ਵਾਲੀਆਂ ਗੱਲਾਂ ਕਹਿ ਕਹਿ ਕੇ ਮਾਤਾ ਜੀ ਨੂੰ ਭੈ ਸੰਯੁਗਤ ਕਰ ਦਿੱਤਾ ਹੈ। ਮਸਤਕ ਟੇਕ ਉਠੇ ਸਮਦਾਈ। ਮੱਥਾ ਟੇਕਿਆ ਮਾਤਾ ਜੀ ਨੂੰ ਤੇ ਉੱਠ ਖਲੋਤੇ ਹੈ। ਜੋ ਜਿਸ ਮਿਲੈ ਹੈ ਸਮੀਪੀ ਗੁਰ ਕੋ। ਜਿਹੜੇ ਮਸੰਦ ਨੂੰ ਜਿਹੜਾ ਗੁਰਾਂ ਦਾ ਸਮੀਪੀ ਨਿਕਟਵਰਤੀ ਮਿਲ ਜਾਂਦਾ ਹੈ, ਜੋ ਗੁਰਾਂ ਦੇ ਨੇੜੇ ਨੇੜੇ ਰਹਿਣ ਵਾਲੇ ਗੁਰਸਿੱਖ ਹੈ ਨਾ, ਨਾਲ ਨਾਲ ਰਹਿੰਦੇ ਜਿਹੜੇ, ਉਹਨਾਂ ਵਿੱਚੋਂ ਕੋਈ ਵੀ ਕਿਸੇ ਵੀ ਮਸੰਦ ਨੂੰ ਮਿਲ ਪੈਂਦਾ ਤਾਂ ਕਰ ਹੈ ਸਿਖਾਵਨ ਆਸ਼ੈ ਔਰ ਕੋ। ਉਹ ਮਸੰਦ ਆਪਣੇ ਹਿਰਦੇ ਦਾ ਆਸ਼ਾ ਜਿਹੜਾ ਉਹੀ ਸਮਝਾਉਂਦੇ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਵਿੱਚ ਨਾ ਉਤਸ਼ਾਹਤ ਹੋਵੋ ਤੇ ਨਾ ਗੁਰੂ ਨੂੰ ਕਰੋ। ਜੇ ਜੰਗਾਂ ਛੜੀਆਂ ਤੇ ਬਹੁਤ ਵੱਡੇ ਉਪਦਰਵ ਹੋਣਗੇ, ਸੁਖ ਨਾਲ ਰਹਿ ਰਹੇ ਆ, ਰਹਿਣ ਦਿਓ ਤੇ ਰਵੋ। ਹਲੇ ਤੁਸਾਂ ਜੰਗ ਦੀਆਂ ਗੱਲਾਂ ਸੁਣੀਆਂ, ਜੰਗ ਦਾ ਸਮਾਂ ਮਾਹੌਲ ਵੇਖਿਆ ਨਹੀਂ ਹੈ। ਬਾਲਕ ਹੈ ਨਾ ਗੁਰਾਂ ਦੇ ਨਾਲ ਦੇ ਜਿਹੜੇ ਰਹਿਣ ਵਾਲੇ, ਜਿਵੇਂ ਬਾਬਾ ਸੂਰਜਮਲ ਜੀ ਦੇ ਪੋਤਰੇ ਹੀ ਹੈ, ਗੁਲਾਬ ਰਾਏ, ਸਿਆਮਦਾਸ ਆਦਿ ਕਰਕੇ ਇਹਨਾਂ ਸਾਰਿਆਂ ਨੂੰ ਸਮਝਾ ਰਹੇ ਹਨ। ਜਿਹੜੇ ਮਸੰਦ ਕਹਿੰਦੇ ਤੁਸੀਂ ਜੰਗਾਂ ਦੀਆਂ ਗੱਲਾਂ ਸੁਣੀਆਂ, ਨਵਾਂ ਖੂਨ ਹੈ ਤੁਹਾਡਾ, ਤੁਹਾਨੂੰ ਲੱਗਦਾ ਹੈ ਕਿ ਜੰਗ ਵਾਲਾ ਨਜ਼ਾਰਾ ਬੜਾ ਸੋਹਣਾ ਜਾਂ ਬੜਾ ਸ੍ਰੇਸ਼ਟ ਹੈ, ਪਰ ਜੰਗਾਂ ਕੀਤੀਆਂ ਨਹੀਂ, ਜੰਗਾਂ ਦੇ ਮਾਹੌਲ ਵਿੱਚ ਵਿਚਰੇ ਨਹੀਂ ਹੋ। ਇਸ ਵਾਸਤੇ ਨਾ ਆਪ ਇਸ ਤਰ੍ਹਾਂ ਜੰਗ ਵਾਲੀਆਂ ਗੱਲਾਂ ਵਿੱਚ ਉਤਸ਼ਾਹਤ ਹੋਵੋ ਤੇ ਨਾ ਗੁਰੂ ਸਾਹਿਬਾਨ ਨੂੰ ਉਤਸ਼ਾਹਨ ਦਿਆ ਕਰੋ, ਉਹਨਾਂ ਨੂੰ ਐਵੇਂ ਉਕਸਾਇਆ ਨਾ ਕਰੋ ਜੰਗ ਵਾਸਤੇ। ਨਿਜ ਭਰਾਤਾ ਗੁਜਰੀ ਬੁਲਵਾਇਓ। ਉਧਰ ਮਾਤਾ ਜੀ ਨੇ ਆਪਣੇ ਭਰਾ ਨੂੰ ਭਾਈ ਕਿਰਪਾਲ ਚੰਦ ਜੀ ਨੂੰ ਸੱਦਿਆ। ਕਰਹੁ ਹਟਾਵਨ ਸਭ ਸਮਝਾਇਓ। ਸਾਰੀ ਗੱਲ ਭਰਾ ਨਾਲ ਕੀਤੀ ਤੇ ਕਿਹਾ, ਭਰਾਤਾ ਜੀ ਤੁਸੀਂ ਸਮਝਾਓ ਮੇਰੇ ਪੁੱਤਰ ਨੂੰ ਕਿ ਇਸ ਤਰ੍ਹਾਂ ਆਪਾਂ ਮਹਿਮਾ ਨਾ ਛੇੜੀਏ। ਸੁਸਾ ਸੰਗ ਤਿਨ ਭਾਖ ਸੁਨਾਈ। ਜਦੋਂ ਸੁਣੇ ਨਾ ਭੈਣ ਦੇ ਬਚਨ, ਜਿਹੜੇ ਕਾਇਰਤਾ ਤੇ ਭੈ ਸੰਯੁਗਤ ਮਸੰਦ ਕਹਿ ਕੇ ਗਏ ਐ, ਸੁਣ ਕੇ ਤੇ ਭਾਈ ਕਿਰਪਾਲ ਚੰਦ ਜੀ ਕਹਿਣ ਲੱਗੇ, ਭੈਣ ਸੁਣ, ਹਟ ਹੈ ਗੁਰੂ ਕੋ ਸਕੈ ਹੈ ਹਟਾਈ। ਹੁਣ ਗੁਰੂ ਬਾਲਕ ਵੀ ਨਹੀਂ ਹੈ, ਗੁਰੂ ਕੋਈ ਇਆਣੇ ਨਹੀਂ ਹੈ, ਭਾਵੇਂ ਤਨ ਕਰਕੇ ਉਹਨਾਂ ਦੀ ਆਯੂ ਹਲੇ ਬਾਲਕਾਂ ਵਾਲੀ ਹੈ, ਪਰ ਧੰਨ ਗੁਰੂ ਨਾਨਕ ਦੇਵ ਜੀ ਦੀ ਜੋਤ ਹੈ ਭੈਣ ਉਹਨਾਂ ਵਿੱਚ ਸ਼ਸ਼ੋਭਤ। ਗੁਰੂ ਨਾਨਕ ਦੇਵ ਜੀ ਦੇ ਆਸਣ ਤੇ ਸਜੇ ਹੋਏ, ਉਹੀ ਜਲਾਲ, ਉਹੀ ਤੇਜ ਪ੍ਰਤਾਪ ਹੈ ਉਹਨਾਂ ਵਿੱਚ। ਤੇ ਜੋ ਗੱਲ ਕਰਨੀ ਠੱਟ ਲੈਂਦੇ ਆ ਕਿ ਇਹ ਕੰਮ ਕਰਨਾ ਹੈ, ਕੌਣ ਹੈ ਫਿਰ ਦੂਜਾ ਉਹਨਾਂ ਨੂੰ ਹਟਾ ਸਕੇ।
ਕੌਣ ਹੈ ਦੂਜਾ ਉਹਨਾਂ ਨੂੰ ਰੋਕ ਸਕੇ? ਭੈਣ, ਨਹੀਂ ਰੋਕ ਸਕਦਾ ਉਹਨਾਂ ਨੂੰ ਕੋਈ। ਆਸ਼ੈ ਸੁਨਹਿ ਤਿਨਹੁ ਕੀ ਜਬੈ। ਤੇ ਜਦੋਂ ਉਹਨਾਂ ਦਾ ਆਸ਼ਾ ਸਿਧਾਂਤ ਕੋਈ ਸੁਣਦਾ, ਜੋ ਉਹ ਬਚਨ ਕਰਦੇ ਆ ਕਲਗੀਆਂ ਵਾਲੇ, ਤੇ ਉਹਨਾਂ ਦੇ ਬਚਨ ਜਦ ਕੋਈ ਸੁਣਦਾ ਸਨਮਾਨਤ ਬੋਲਤ ਤਿਮ ਸਬੈ। ਤੇ ਸਾਰੇ ਹੀ ਅੱਗੋਂ ਸਨਮਾਨ ਕਰਦੇ ਆ, ਉਹਨਾਂ ਦੇ ਬਚਨਾਂ ਵਿੱਚ ਸੁਕ੍ਰਿਤੀ ਦਿੰਦੇ ਆ ਕਿ ਜੋ ਤੁਸੀਂ ਕਹਿ ਰਹੇ ਹੋ ਉਚਿਤ ਕਹਿ ਰਹੇ ਹੋ। ਕਿਸੇ ਦੀ ਮਜਾਲ ਹੈ ਸਾਹਮਣੇ ਕੋਈ ਕੁਝ ਬੋਲ ਸਕੇ, ਇਤਨਾ ਸਾਹਸ ਹੀ ਨਹੀਂ ਹੈ ਕਿਸੇ ਦੇ ਵਿੱਚ। ਕਲਗੀਆਂ ਵਾਲੇ ਦੇ ਚਿਹਰੇ ਦਾ ਜੋ ਜਲਾਲ, ਤੇਜ ਪ੍ਰਤਾਪ ਕਿਸੇ ਨੂੰ ਵੀ ਸਨਮੁਖ ਬੋਲਣ ਦੀ ਹਿੰਮਤ ਹੀ ਨਹੀਂ ਦਿੰਦਾ। ਸਭ ਕੋ ਸੀਖ ਦੇਤ ਹੈ ਸੋਈ। ਉਹ ਤੇ ਸਾਰਿਆਂ ਨੂੰ ਸਿੱਖਿਆ ਦਿੰਦੇ ਆ, ਸਾਰਿਆਂ ਨੂੰ ਸਮਝਾਉਂਦੇ। ਭੈਣ, ਮੈਂ ਉਹਨਾਂ ਨੂੰ ਕੀ ਸਮਝਾਵਾਂ? ਸਾਰਿਆਂ ਨੂੰ ਸਮਝਾਉਣ ਵਾਲੇ ਤੇ ਉਹ ਹਨ ਆਪ। ਕਹਿ ਨਾ ਸਕੈ ਢਿਗ ਵਿਪਰੈ ਕੋਈ। ਉਹਨਾਂ ਕੋਲ ਜਾ ਕੇ ਉਹਨਾਂ ਦੇ ਬਚਨਾਂ ਨੂੰ ਕੱਟ ਕੇ ਉਹਨਾਂ ਦੇ ਬਚਨਾਂ ਦੇ ਉਲਟ ਕੋਈ ਕੁਝ ਕਹਿ ਨਹੀਂ ਸਕਦਾ। ਕਿਸੇ ਦੀ ਸਮਰੱਥਾ ਨਹੀਂ। ਭੈਣ, ਮੈਂ ਕੀ ਕਹਾਂਗਾ? ਮੇਰੇ ਵਿੱਚ ਵੀ ਉਹਨਾਂ ਦੇ ਵਿਰੁੱਧ ਕੁਝ ਕਹਿਣ ਦੀ ਸਮਰੱਥਾ ਨਹੀਂ। ਫਿਰ ਮੈਂ ਸਮਝਾਵਾਂ ਕਿਹਨੂੰ? ਗੁਰੂ ਨਾਨਕ ਸਾਹਿਬ ਜੀ ਨੂੰ। ਭੈਣ, ਤੈਨੂੰ ਵਿਸ਼ਵਾਸ ਨਹੀਂ ਹੈ? ਉਹ ਹੁਣ ਗੁਰੂ ਨਾਨਕ ਸਾਹਿਬ ਜੀ ਆਪ 10ਵੇਂ ਜਾਮੇ ਵਿੱਚ ਸੁਸ਼ੋਭਿਤ ਹਨ। ਸਾਰੇ ਬ੍ਰਹਿਮੰਡ ਨੂੰ ਸਮਝਾਉਣ ਵਾਲੇ ਐ ਤੇ ਸਮਝਾਉਂਦੇ ਐ। ਤੇ ਮੈਂ ਕੌਣ ਹਾਂ ਜਾਂ ਹੋਰ ਬਾਕੀ ਕੌਣ ਹਨ ਜਿਹੜੇ ਕੋਈ ਉਹਨਾਂ ਨੂੰ ਕੁਝ ਕਹਿ ਸਕੇ, ਸਮਝਾ ਸਕੇ? ਜੇ ਕਰ ਤੁਮ ਤੇ ਵਰਜਿਓ ਜਾਏ। ਭੈਣ, ਮੇਰੇ ਕੋਲੋਂ ਤੇ ਗੱਲਾਂ ਨਹੀਂ ਉਹਨਾਂ ਦੇ ਸਾਹਮਣੇ ਕਹੀਆਂ ਜਾਣੀਆਂ। ਤੇਰੇ ਕੋਲੋਂ ਜੇ ਕੋਈ ਗੱਲ ਕਹੀ ਜਾਂਦੀ ਹੈ, ਤੂੰ ਸਮਝਾ ਸਕਦੀ ਹੈ ਤੇ ਸਮਝਾ ਲਵੀਂ। ਤਉ ਕਹੀਐ ਹੈ ਨੀਕੇ ਸਮਝਾਏ। ਤਾਂ ਤੂੰ ਨੀਕੇ ਚੰਗੀ ਤਰ੍ਹਾਂ ਸਮਝਾ ਲਵੀਂ। ਮੈਂ ਨਾ ਗੁਰਾਂ ਦੇ ਸਨਮੁਖ ਕਦੇ ਬੋਲਿਆ ਹਾਂ, ਨਾ ਬੋਲ ਸਕਦਾ ਹਾਂ। ਮੈਂ ਉਹ ਸਾਰਾ ਸਮਾਂ ਵੇਖਿਆ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਾਲ ਰਿਹਾ ਹਾਂ। ਸਤਿਗੁਰਾਂ ਇਹ ਬਚਨ ਕੀਤੇ ਸੀ ਪਟਨੇ ਦੇ ਵਿੱਚ। ਤੇ ਭੈਣ, ਤੈਨੂੰ ਵੀ ਚੇਤੇ ਹੋਣੇ। ਸਤਿਗੁਰਾਂ ਤੈਨੂੰ ਵੀ ਕਿਹਾ ਸੀ ਕਿ ਧੰਨ ਕਲਗੀਧਰ ਪਾਤਸ਼ਾਹ ਜੋ ਵੀ ਕਰਨ, ਇਹਨਾਂ ਨੂੰ ਕਦੇ ਕਰਨ ਤੋਂ ਰੋਕਣਾ ਨਹੀਂ ਹੈ, ਵਰਜਣਾ ਨਹੀਂ ਹੈ। ਤੇ ਮੈਨੂੰ ਸਤਿਗੁਰਾਂ ਦੇ ਬੋਲ ਚੇਤੇ। ਭੈਣ, ਤੈਨੂੰ ਭਾਵੇਂ ਭੁੱਲ ਗਏ ਹੋਣ, ਤੇ ਮੈਂ ਨਹੀਂ ਉਹਨਾਂ ਦੇ ਸਾਹਮਣੇ ਬੋਲਣਾ। ਤੇ ਤੇਰੇ ਕੋਲੋਂ ਜੇ ਸਮਝਾਏ ਜਾਂਦੇ ਤੇ ਸਮਝਾ ਲਵੀਂ। ਅਪਰ ਬਿਖੈ ਕਿਆ ਸ਼ਕਤ ਸੁਨਾਵਨ। ਹੋਰ ਦੂਜਿਆਂ ਦੀ ਗੱਲ ਕੀ ਕਰਦੀ ਹੈ ਕਿ ਦੂਜੇ ਸਲਾਹਕਾਰ ਸਾਹਮਣੇ ਬੋਲਣਗੇ? ਕਿਸੇ ਵਿੱਚ ਸਮਰੱਥਾ ਨਹੀਂ ਹੈ ਕਲਗੀਆਂ ਵਾਲੇ ਦੇ ਸਾਹਮਣੇ ਕੋਈ ਕੁਝ ਬੋਲ ਸਕੇ। ਜੇ ਕੋ ਕਹੈ ਬਹੁਰ ਪਛਤਾਵਨ। ਜੇ ਕੋਈ ਮੂਰਖਤਾ ਪੂਰਨ ਕੁਝ ਕਹਿ ਵੀ ਲਵੇ ਤੇ ਸਿਵਾਏ ਪਛਤਾਪ ਦੇ ਪੱਲੇ ਉਹਦੇ ਕੁਝ ਨਹੀਂ ਪੈਣਾ, ਤੇ ਨਾ ਹੀ ਕੋਈ ਬੋਲੇਗਾ। ਜੇ ਬੋਲਿਆ ਤੇ ਉਹਨੂੰ ਪਛਤਾਵਾ ਹੀ ਕਰਨਾ ਪੈਣਾ ਹੈ। ਦੋਹਰਾ ਉਠੇ ਪ੍ਰਾਤ ਕੋ ਸਤਿਗੁਰੂ। ਇਸ ਤਰ੍ਹਾਂ ਕਹਿ ਕੇ ਭਾਈ ਕਿਰਪਾਲ ਚੰਦ ਜੀ ਗੁਰੂ ਜੀ ਦੀ ਸੇਵਾ 'ਚ ਚਲੇ ਗਏ। ਗੁਰੂ ਸਾਹਿਬ ਜੀ ਦੀ ਸੇਵਾ 'ਚ ਹੀ ਰਹਿੰਦੇ ਸਨ। ਨਾਲ ਨਾਲ ਰਹਿਣਾ, ਜਿਵੇਂ ਆਦੇਸ਼ ਹੋਣਾ। 7 ਬਚਨ ਕਹਿ ਕੇ ਸਾਰਾ ਪ੍ਰਬੰਧ ਮਾਮਾ ਕਿਰਪਾਲ ਚੰਦ ਜੀ ਦੇ ਜਿਹੜਾ ਹੈ ਉਹ ਨਿਗਰਾਨੀ ਹੇਠ ਚੱਲਦਾ ਸੀ। ਭਾਵੇਂ ਗਾਂ ਚਲਾਉਣ ਵਾਲੇ ਆਨੰਦ ਚੰਦ ਦੀਵਾਨ ਹੈ, ਦਇਆ ਰਾਮ ਪ੍ਰੋਹਿਤ ਹੈ, ਪਰ ਸਾਰਿਆਂ ਤੇ ਨਿਗਾਹਸ਼ਾਨੀ ਰੱਖਣੀ ਮਾਮਾ ਕਿਰਪਾਲ ਚੰਦ ਜੀ ਦਾ ਹੀ ਜਿਹੜਾ ਉਹ ਸਾਰਾ ਪਹਿਰਾ ਸੀ। ਤੇ ਇਸ ਤਰ੍ਹਾਂ ਕਹਿ ਕੇ ਕਿ ਭੈਣ, ਮੇਰੇ ਵੱਸ ਦੀ ਗੱਲ ਨਹੀਂ, ਆਪੇ ਹੀ ਕਹਿ ਲਵੇਂ। ਜੇ ਕੁਝ ਕਹਿਣਾ ਮੈਂ ਨਹੀਂ ਕਹਿ ਸਕਦਾ ਕੋਈ। ਚਲੇ ਗਏ। ਉਧਰ ਪਾਤਸ਼ਾਹ ਸਵੇਰ ਹੋਈ ਨਾ ਜਦੋਂ, ਤੇ ਉੱਠੇ ਪ੍ਰਾਤ ਕੋ। ਸਵੇਰ ਹੋਈ, ਅੰਮ੍ਰਿਤ ਵੇਲਾ ਹੋਇਆ, ਤੇ ਕਲਗੀਆਂ ਵਾਲੇ ਪਾਤਸ਼ਾਹ ਉੱਠੇ। ਹਾਨੀ ਸੌਚ ਇਸ਼ਨਾਨ। ਸੌਚ ਕਿਰਿਆ ਕੀਤੀ, ਇਸ਼ਨਾਨ ਪਾਣ ਕੀਤਾ। ਪ੍ਰਥਮ ਗਏ ਮਾਤਾ ਨਿਕਟ। ਰੋਜ਼ ਜਾਂਦੇ ਸੀ ਅੰਮ੍ਰਿਤ ਵੇਲੇ ਮਾਤਾ ਜੀ ਨੂੰ ਨਮਸਕਾਰ ਕਰਨ।
ਤੇ ਅੱਜ ਵੀ ਉੱਠਿਆ ਹੈ ਤੇ ਮਾਤਾ ਜੀ ਦੇ ਕੋਲ ਗਏ ਹੈ। ਬੈਠੇ ਬੰਦਨ ਠਾਨ। ਮਾਤਾ ਜੀ ਨੂੰ ਨਮਸਕਾਰ ਕਰਕੇ ਤੇ ਮਾਤਾ ਜੀ ਦੇ ਕੋਲ ਬਹਿ ਗਏ। ਕਿਉ ਪਈ ਦੇ ਆਸ਼ਿਖ ਕੋ ਪ੍ਰੇਮ ਕਰੰਤੀ। ਮਾਤਾ ਜੀ ਆਸ਼ੀਰਵਾਦ ਦੇ ਰਹੇ ਹੈ, ਸਿਰ ਤੇ ਹੱਥ ਫੇਰ ਰਹੇ ਹੈ, ਬੜਾ ਪ੍ਰੇਮ ਕਰ ਰਹੇ ਮਾਤਾ ਜੀ। ਵੇਖ ਸਪੂਤ ਕੋ ਔਰ ਹਰਖੰਤੀ। ਸ੍ਰੇਸ਼ਟ ਪੁੱਤਰ ਨੂੰ ਵੇਖ, ਪੁੱਤਰ ਦਾ ਜੌ ਜਲਾਲ ਵੇਖ, ਤੇਜ ਪ੍ਰਤਾਪ ਵੇਖ, ਬੜੀ ਮਨ ਵਿੱਚ ਖੁਸ਼ੀ ਹੈ ਮਾਤਾ ਜੀ ਦੀ, ਬੜੀ ਪ੍ਰਸੰਨਤਾ ਹੈ। ਹਿਤ ਸਮਝਾਵਨ ਕਹਿ ਮ੍ਰਿਦ ਬਾਣੀ। ਨਾਲੇ ਮਾਤਾ ਜੀ ਸਿਰ ਪਲੋਸ ਰਹੇ ਕੋਲ ਬਿਠਾ ਕੇ, ਤੇ ਨਾਲੇ ਕੋਮਲ ਬਚਨ ਮਾਤਾ ਜੀ ਕਹਿ ਰਹੇ ਹੈ। ਇਕ ਪੁੱਤਰਾ ਮਨ ਪ੍ਰੀਤ ਮਹਾਨੀ। ਸਮਝਾਉਣ ਵਾਸਤੇ ਮਾਤਾ ਜੀ ਕਹਿਣ ਲੱਗੇ ਹੈ ਕਿ ਹੇ ਪੁੱਤਰ, ਮੇਰੇ ਗ੍ਰਹਿ ਵਿੱਚ ਇੱਕੋ ਹੀ ਇੱਕ ਪੁੱਤਰ ਹੈ ਤੇ ਉਸ ਪੁੱਤਰ ਵਿੱਚ ਮੇਰੀ ਬੜੀ ਪ੍ਰੀਤ ਹੈ। ਮੈਨੂੰ ਤੁਸੀਂ ਬੜੇ ਪ੍ਰਿਯ ਹੋ, ਬੜੇ ਪਿਆਰੇ ਹੋ। ਜਿਨ ਬੈਠੇ ਭੀ ਬੜ ਵਡਿਆਈ। ਜਿਨ੍ਹਾਂ ਦੇ ਗੁਰਤਾ ਆਸਣ ਤੇ ਸਜਨ ਕਾਰਨ ਬਹੁਤ ਵੱਡੀ ਵਡਿਆਈ ਜਿਹੜੀ ਹੈ ਉਹ ਪ੍ਰਾਪਤ ਹੋਈ ਹੈ। ਗੁਰਤਾ ਗਾਦੀ ਅਦਕ ਸੁਹਾਈ। ਮੇਰੇ ਪੁੱਤਰ ਅਰਥਾਤ ਆਪ ਜੀ ਨੂੰ ਗੁਰਤਾ ਗੱਦੀ ਬਹੁਤ ਸੁਹਾਈ ਹੈ, ਸ਼ੋਭਨੀਕ ਹੋਈ ਹੈ। ਸੁਨਿਆ ਹੈ ਸੋਤ ਐਸੇ ਨਹਿ ਕਰੋ। ਪ੍ਰੇਮ ਕਰਦਿਆਂ ਹੈ ਨਾ ਪੁੱਤਰ, ਇਸ ਤਰ੍ਹਾਂ ਨਾ ਕਰੋ ਤੁਸੀਂ। ਜਿਸ ਤੇ ਸੈਲ ਪਤਨ ਸੋ ਲਰੋ। ਜਿਸ ਕਰਕੇ ਆਪਣਾ ਇਹ ਪਹਾੜੀ ਰਾਜਿਆਂ ਨਾਲ ਝਗੜਾ ਬਣ ਜਾਵੇ, ਇਹੋ ਜੀ ਕੋਈ ਕਿਰਿਆ ਨਾ ਕਰੋ ਜਿਸ ਕਰਕੇ ਆਪਾਂ ਨੂੰ ਪਹਾੜੀ ਰਾਜਿਆਂ ਨਾਲ ਲੜਨਾ ਪੈ ਜਾਵੇ। ਰਾਖੀ ਸੈਨ ਨਾ ਅਚਰਜ ਕੋਈ। ਤੁਸਾਂ ਸੈਨ ਕੋਲ ਰੱਖੀ ਹੈ, ਫੌਜ ਕੋਲ ਰੱਖੀ ਹੈ, ਇਹ ਕੋਈ ਅਸਚਰਜਤਾ ਵਾਲੀ ਗੱਲ ਨਹੀਂ। ਵੱਡੇ ਗੁਰੂ ਵੀ ਰੱਖਦੇ ਰਹੇ ਹੈ, ਗੁਰੂ ਹਰਿਰਾਏ ਸਾਹਿਬ ਜੀ ਵੀ ਰੱਖਦੇ ਰਹੇ ਹੈ। 2200 ਘੋੜਸਵਾਰ ਉਹਨਾਂ ਦੇ ਨਾਲ ਹੁੰਦੇ ਸੀ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਕਾਲ ਵੀ ਫੌਜ ਰਹੀ ਹੈ, ਤੁਹਾਡੇ ਪਿਤਾ ਜੀ ਵੀ ਰੱਖਦੇ ਰਹੇ ਹੈ। ਤੁਸਾਂ ਹੁਣ ਅਦਕ ਹੋਰ ਜ਼ਿਆਦਾ ਵੱਡੀ ਗਿਣਤੀ ਵਿੱਚ ਫੌਜ ਰੱਖ ਲਈ ਹੈ ਕੋਲ, ਇਹ ਵੀ ਕੋਈ ਅਸਚਰਜਤਾ ਵਾਲੀ ਗੱਲ ਨਹੀਂ ਹੈ। ਕਰਹੁ ਅਖੇਰ ਜਥਾ ਮਨ ਹੋਈ। ਜਿਵੇਂ ਤੁਹਾਡੇ ਮਨ ਵਿੱਚ ਆਉਂਦਾ ਹੈ, ਤੁਸੀਂ ਸ਼ਿਕਾਰ ਖੇਲਣ ਜਾਂਦੇ ਹੋ, ਸ਼ਿਕਾਰ ਕਰਦੇ ਹੋ। ਤੁਮ ਜਗ ਪੂਜਾ ਵਿਰੋਧ ਨਾ ਕਰੀਐ ਹੈ। ਇਹ ਤੁਸੀਂ ਜਗਤ ਦੇ ਪੂਜਨੀਕ ਹੋ, ਸਾਰਾ ਜਗਤ ਤੁਹਾਨੂੰ ਪੂਜਦਾ ਹੈ, ਤੇ ਇਸ ਤਰ੍ਹਾਂ ਦਾ ਵਿਰੋਧ ਝਗੜਾ ਜਿਹੜਾ ਹੈ ਨਾ ਉਹ ਕੋਈ ਛਿੜ ਨਾ ਜਾਵੇ, ਐਸਾ ਕੋਈ ਕਾਰਜ ਨਾ ਕਰੋ। ਚਾਹੁ ਦਿਸ਼ ਸੰਗਤ ਆਪਨ ਵਿਚਰੀਐ ਹੈ। ਚਾਰ ਚਫੇਰੇ ਚੌਂ ਚੱਕਾਂ ਵਿੱਚ ਸਾਰੀ ਸੰਗਤ ਤੁਹਾਡੀ ਹੈ। ਕਿਸੇ ਪ੍ਰਤੀ ਵੀ ਕੋਈ ਜਿਹੜਾ ਬਖੇਰਾ ਵਿਰੋਧ ਝਗੜਾ ਹੈ ਨਾ ਉਹ ਨਾ ਛੇੜੋ, ਜਾਂ ਜਿਨ੍ਹਾਂ ਕਾਰਨਾਂ ਕਰਕੇ ਛਿੜ ਸਕਦਾ ਉਹ ਕਾਰਨ ਹੀ ਮੇਟ ਦਿਓ। ਮੈਂ ਅਬ ਸੁਨਿਓ ਬਨਾਏ ਨਗਾਰਾ। ਪੁੱਤਰ ਮੈਂ ਸੁਣਿਆ, ਮੈਨੂੰ ਮਸੰਦ ਦੱਸ ਕੇ ਗਏ ਸਨ ਤੁਸੀਂ ਨਗਾਰਾ ਵੀ ਮੜਵਾ ਰਹੇ ਹੋ। ਸੁਣਿਆ ਬੜਾ ਵੱਡਾ ਨਗਾਰਾ ਤਿਆਰ ਕਰਵਾਇਆ ਤੇ ਉਹਨੂੰ ਹੁਣ ਮੜਵਾਉਣਾ ਚਾਹੁੰਦੇ ਹੋ। ਕਹਿਤ ਬਜਾਇਆ ਹੋ ਸੈਨ ਮਝਾਰਾ। ਤੇ ਆਪਣੀ ਸੈਨਾ ਵਿੱਚ ਉਹ ਨਗਾਰਾ ਵਜਾਉਣਾ ਚਾਹੁੰਦੇ ਹੋ। ਇਸ ਤੇ ਔਚਕ ਉਠ ਹੈ ਉਪਦਰਵ। ਇਹ ਗੱਲਾਂ ਨਾਲ ਤੇ ਪੁੱਤਰ ਔਚਕ ਅਚਨਾ ਚੇਤ ਹੀ ਉਪਦਰਵ ਉੱਠ ਪਵੇਗਾ, ਝਗੜਾ ਉੱਠ ਪਵੇਗਾ। ਵਸਹੁ ਸ਼ਾਂਤ ਜੋਤ ਤੀਰ ਸਤਦਰਵ। ਸਤਲੁਜ ਦਰਿਆ ਦੇ ਕਿਨਾਰੇ ਤੇ ਆਪਾਂ ਰਹਿੰਦੇ ਹਾਂ, ਸ਼ਾਂਤੀ ਨਾਲ ਰਹਿ ਰਹੇ ਹਾਂ ਤੇ ਸ਼ਾਂਤੀ ਨਾਲ ਹੀ ਰਹੀਏ। ਨਹਿ ਆਸ਼ੋ ਜੋ ਪਰ ਹੈ ਬਖੇਰਾ। ਜੇ ਬਖੇਰਾ ਝਗੜਾ ਪਿਆ ਤੇ ਇਹ ਚੰਗੀ ਗੱਲ ਨਹੀਂ।
ਪਹਾੜੀ ਰਾਜਿਆਂ ਨਾਲ ਜੰਗਾਂ ਛੜੀਆਂ ਤੇ ਚੰਗੀ ਗੱਲ ਨਹੀਂ ਹੈ। ਵਦਤ ਵਦਤ ਹੋਏ ਕਸ਼ਟ ਬਡੇਰਾ। ਵੱਧਦਿਆਂ ਵੱਧਦਿਆਂ ਬਹੁਤ ਵੱਡਾ ਇਹ ਕਸ਼ਟ ਵੱਧ ਜਾਵੇਗਾ। ਵੱਡੇ ਗੁਰਨ ਜਬ ਜੰਗ ਮਚਾਏ। ਵੱਡੇ ਗੁਰੂ ਸਾਹਿਬਾਂ ਨੇ, ਤੁਹਾਡੇ ਦਾਦਾ ਗੁਰੂ ਸਾਹਿਬ ਜੀ ਜਦੋਂ ਜੰਗ ਛੇੜੇ ਸਨ, ਉਹਨਾਂ ਨੇ ਜਦੋਂ ਜੰਗ ਕੀਤੇ, ਤਿਆਗ ਸੁਦਾ ਸਰ ਕੋ ਨਿਕਸਾਏ। ਉਹਨਾਂ ਨੂੰ ਵੀ ਆਪਣੀ ਨਗਰੀ ਅੰਮ੍ਰਿਤਸਰ ਸਾਹਿਬ ਨਗਰੀ ਛੱਡਣੀ ਪਈ, ਛੱਡ ਕੇ ਚਲੇ ਗਏ। ਪਾਤਸ਼ਾਹ ਮਹਿਪਾਲ ਅਸ਼ੇਸ਼। ਇਹ ਜਿੰਨੇ ਵੀ ਪ੍ਰਿਥਵੀ ਪਾਲਕ ਰਾਜੇ ਹਨ, ਸਾਰੇ ਹੀ ਰਾਜ ਤਿਨਹ ਢਿਗ ਦੇਸ਼ ਵਿਸ਼ੇਸ਼। ਉਹਨਾਂ ਦੇ ਕੋਲ ਦੇਸ਼ਾਂ ਦਾ, ਵੱਡੇ ਵੱਡੇ ਮੁਲਕਾਂ ਦਾ ਰਾਜ ਹੈ। ਕਰਬੇ ਕੋ ਸਮਰੱਥ ਸਭ ਭਾਂਤੀ। ਉਹ ਸਭ ਤਰ੍ਹਾਂ ਨਾਲ ਫੌਜਾਂ ਰੱਖਣੀਆਂ, ਜੰਗ ਕਰਨੇ, ਝਗੜੇ ਕਰਨੇ, ਇਹਨਾਂ ਗੱਲਾਂ ਵਿੱਚ ਸਮਰੱਥ ਹਨ। ਉਹ ਕੋਏ ਮੀਤ ਕੋ ਬਨ ਹੈ ਅਰਾਤੀ। ਤੇ ਕੋਏ ਮੀਤ ਕੋ ਬਨ ਹੈ ਅਰਾਤੀ। ਉਹ ਜਿਹੜੇ ਪਹਾੜੀ ਰਾਜੇ ਹੈ, ਉਹ ਸਮਰੱਥ ਹੈ। ਕੋਈ ਉਹਨਾਂ ਦਾ ਮਿੱਤਰ ਬਣ ਜਾਂਦਾ ਹੈ, ਕੋਈ ਉਹਨਾਂ ਦਾ ਵੈਰੀ ਬਣ ਜਾਂਦਾ ਹੈ। ਉਹਨਾਂ ਨੂੰ ਇਹ ਗੱਲਾਂ ਕਰਨੀਆਂ ਸ਼ੋਭਦੀਆਂ ਵੀ, ਪਰ ਜੇ ਇਸ ਤਰ੍ਹਾਂ ਤੁਸੀਂ ਨਗਾਰਾ ਵਜਾਇਆ, ਫੌਜਾਂ ਰੱਖੀਆਂ, ਤੇ ਫਿਰ ਤੁਹਾਡੇ ਵੀ ਉਹਨਾਂ ਰਾਜਿਆਂ ਵਿੱਚੋਂ, ਜਿਹੜੇ ਰਾਜੇ ਅਵਨੀਪਤ ਦੇ, ਉਹਨਾਂ ਵਿੱਚੋਂ ਕੋਈ ਤੁਹਾਡਾ ਸ਼ਤਰੂ ਬਣ ਜਾਵੇਗਾ, ਕੋਈ ਤੁਹਾਡਾ ਮਿੱਤਰ ਬਣ ਜਾਵੇਗਾ। ਸੁਨਿਓ ਸ਼ਰੋਨ ਆਇਓ ਅਬ ਨੇਰੇ। ਮੈਂ ਸੁਣਿਆ ਇਹ ਜਿਹੜਾ ਕਹਿਲੂਰ ਦਾ ਰਾਜਾ ਕਿਧਰੇ ਗਿਆ ਹੋਇਆ ਸੀ, ਤੇ ਹੁਣੇ ਹੁਣੇ ਨੇੜੇ ਹੀ ਆ ਗਿਆ ਇੱਥੇ ਭੀਮ ਚੰਦ। ਭੀਮ ਚੰਦ ਮਹਿਪਾਲ ਬਡੇਰੇ। ਜਿਹੜਾ ਵੱਡਾ ਰਾਜਾ ਹੈ ਪਹਾੜੀ ਰਾਜਿਆਂ ਦਾ, ਭੀਮ ਚੰਦ, ਸੁਣਿਆ ਮੈਂ ਇੱਥੇ ਬਿਲਾਸਪੁਰ ਨੇੜੇ ਹੀ ਆਇਆ ਹੋਇਆ ਹੈ। ਧੁਨ ਧੁੰਦਬ ਕੀ ਸਹਿ ਨਾ ਸਕਾਈ। ਤੁਹਾਡੇ ਨਗਾਰੇ ਦੀ ਆਵਾਜ਼ ਜਦ ਉਹਦੇ ਕੰਨਾਂ ਵਿੱਚ ਪਹੁੰਚੀ ਤੇ ਉਹ ਸਹਿ ਨਹੀਂ ਸਕੇਗਾ। ਨਾਹਕ ਬੀਚ ਬੈਰ ਪਰ ਜਾਈ। ਤੇ ਨਿਹਾਕੀ ਇਹਨਾਂ ਪਹਾੜੀ ਰਾਜਿਆਂ ਨਾਲ ਆਪਣਾ ਵੈਰ ਪੈ ਜਾਵੇਗਾ। ਆਪਨ ਪੌਰ ਨੌਬਤ ਬਜਵਾਵਹੁ। ਛੋਟੀਆਂ ਨੌਬਤਾਂ ਤੇ ਅੱਗੇ ਆਪਣੇ ਕੋਲ ਹਨ, ਤੇ ਆਪਣੇ ਪੌਰ ਦਰਵਾਜ਼ਿਆਂ ਤੇ ਵੱਜਦੀਆਂ ਉਹ ਵਜਾਓ। ਚੜ ਕਰ ਨਹਿ ਧੌਂਸਾ ਜਾਵਹੁ। ਤੇ ਉਹ ਚੜਾਈ ਕਰਕੇ ਜਾ ਕੇ ਤੇ ਵੱਡਾ ਧੌਂਸਾ ਨਗਾਰਾ ਨਾ ਵਜਾਓ। ਜੋ ਦੇਸ਼ਨ ਕੇ ਏਸ਼ ਬਿਸਾਲੇ। ਜਿਹੜੇ ਦੇਸ਼ਾਂ ਦੇ ਏਸ਼ ਹੈ, ਦੇਸ਼ਾਂ ਦੇ ਰਾਜੇ ਹੈ ਵੱਡੇ, ਸਮਤਾ ਪੁਜਹਿ ਨਹੀਂ ਤਿਨ ਨਾਲੇ। ਉਹਨਾਂ ਨਾਲ ਆਪਣੀ ਕੋਈ ਬਰਾਬਰੀ ਨਹੀਂ ਪੁੱਜ ਸਕਦੀ। ਲਰਨ ਵਿਖੈ ਸੁਖ ਪਈਅਤ ਨਾਹੀ। ਤੇ ਲੜਾਈ ਵਿੱਚ ਪੁੱਤਰ ਕਦੇ ਕੋਈ ਸੁਖ ਹੋਇਆ ਨਹੀਂ ਹੈ, ਜੰਗ ਵਿੱਚ ਕਦੇ ਕੋਈ ਸੁਖ ਹੋਇਆ ਨਹੀਂ ਹੈ। ਸਦਾ ਬਿਖਾਦ ਹੋਤ ਜੇ ਸਮਾਹੀ। ਜੰਗ ਵਿੱਚ ਸਦਾ ਹਮੇਸ਼ਾ ਹੀ ਵਿਖਾਦ ਹੀ ਹੁੰਦੇ ਹੈ, ਦੁੱਖ ਹੀ ਹੁੰਦੇ ਹੈ। ਜਨਨੀ ਤੇ ਸੁਨ ਕਰ ਤਿਹ ਸਮੈ। ਮਾਤਾ ਜੀ ਦੇ ਕੋਲੋਂ ਜਦੋਂ ਇਹ ਬੋਲ ਸੁਣੇ ਹੈ ਨਾ, ਤੇ ਸੁਣ ਕੇ ਸਤਿਗੁਰੂ ਜੀ ਕਹਿਓ ਕਿਸੀ ਕੋ ਤਰਾਸ ਨਾ ਹਮੈ। ਸਤਿਗੁਰੂ ਜੀ ਕਹਿਣ ਲੱਗੇ, ਮਾਤਾ ਸ਼੍ਰੀ ਜੀ, ਸਾਨੂੰ ਕਿਸੇ ਦਾ ਕੋਈ ਤਰਾਸ ਨਹੀਂ ਹੈ, ਸਾਨੂੰ ਕਿਸੇ ਦਾ ਕੋਈ ਭੈ ਨਹੀਂ ਹੈ, ਸਾਨੂੰ ਕਿਸੇ ਦਾ ਕੋਈ ਖੌਫ ਨਹੀਂ। ਇੱਕੋ ਹੀ ਅਕਾਲ ਪੁਰਖ ਪਰਮੇਸ਼ਰ ਦੇ ਭੈ ਵਿੱਚ ਅਸੀਂ ਚੱਲਦੇ ਹਾਂ। ਉਹਦੇ ਭੈ ਤੋਂ ਬਿਨਾਂ ਅਸੀਂ ਸਮੁੱਚੇ ਬ੍ਰਹਿਮੰਡ ਵਿੱਚੋਂ ਕਿਸੇ ਦਾ ਭੈ ਨਹੀਂ ਰੱਖਦੇ। ਪਹਾੜੀ ਰਾਜੇ ਕੌਣ ਹੈ? ਅਸੀਂ ਕਿਉਂ ਭੈ ਰੱਖੀਏ? ਅਸੀਂ ਕਿਉਂ ਕਿਸੇ ਤੋਂ ਡਰ ਕੇ ਰਹੀਏ? ਜੋ ਸਾਡੇ ਮਨ ਦੀ ਇੱਛਾ ਅਸੀਂ ਕਰਾਂਗੇ, ਜੋ ਸਾਡੇ ਮਨ ਦਾ ਫੁਰਨਾ ਆਇਆ ਅਸੀਂ ਕਰਾਂਗੇ। ਮਾਤਾ ਜੀ, ਇਹ ਪਹਾੜੀ ਰਾਜਿਆਂ ਦੇ ਭੈ ਕਾਰਨ ਅਸੀਂ ਨਗਾਰਾ ਵਜਾਉਣੋਂ ਨਹੀਂ ਰੋਕਾਂਗੇ। ਸੋ ਇਸ ਤਰ੍ਹਾਂ ਸਤਿਗੁਰਾਂ ਨੇ ਮਾਤਾ ਜੀ ਨੂੰ ਆਪਣੀ ਨਿਰਭੈਤਾ ਜਿਹੜੀ ਹੈ
ਉਹ ਜਣਾਈ ਹੈ। ਸੋ ਸਾਧ ਸੰਗਤ ਸਮੇਂ ਦੀ ਸਮਾਪਤੀ ਹੈ। ਇਸ ਵਾਸਤੇ ਕਥਨ ਚੱਲਦੀ ਇੱਥੇ ਸਮਾਪਤੀ ਕਰਦੇ ਹਾਂ। ਤੁਛ ਬੁੱਧੀ ਦਾਸਾਂ ਦੀ ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੇਸ਼ਟ ਮਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ, ਪ੍ਰਲੋਕ ਸੁਹੇਲੇ ਕਰਨ। ਜਨਨੀ ਤੇ ਸੁਨ ਕਰ ਤਿਹ ਸਮੈ, ਕਹਿਓ ਕਿਸੀ ਕੋ ਤਰਾਸ ਨਾ ਹਮੈ।